ਜਸ ਪੰਜਾਬੀ ਦੇਖਦੇ ਹੋਏ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਨਿੱਘੀ ਸਤਿ ਸ੍ਰੀ ਅਕਾਲ। ਤੁਹਾਡਾ ਸਵਾਗਤ ਸ਼ੋਅ ਚਾਹ ਤੇ ਚਰਚਾ ਦੇ ਵਿੱਚ। ਮੈਂ ਤੁਹਾਡੀ ਹੋਸਟ ਆਸ਼ਮਿਤਾ। ਖਾਸ ਕਰਕੇ ਸਾਡੇ ਕੈਨੇਡੀਅਨ ਦਰਸ਼ਕਾਂ ਨੂੰ ਅਸੀਂ ਇਸ ਨਵੇਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਇਹ ਖਾਸ ਅਸੀਂ ਤੁਹਾਡੇ ਲਈ ਪ੍ਰੋਗਰਾਮ ਸ਼ੁਰੂ ਕੀਤਾ ਲਾਈਵ। ਹਰ ਸ਼ਾਮੀ ਤੁਹਾਡੇ ਨਾਲ ਇਸੇ ਤਰ੍ਹਾਂ ਜੁੜਾਂਗੇ। ਜਸ ਪੰਜਾਬੀ ਇਸ ਸਾਲ 15 years ਮਨਾ ਰਹੇ ਹਾਂ। 15 ਸਾਲਾਂ ਦੇ ਵਿੱਚ ਕਿਸ ਤਰ੍ਹਾਂ ਕਮਿਊਨਿਟੀ ਨਾਲ ਜੁੜ ਕੇ ਅਤੇ ਕਮਿਊਨਿਟੀ ਦਾ ਇੱਕ ਚੈਨਲ ਬਣ ਕੇ ਅਸੀਂ ਲਗਾਤਾਰ ਹਰ ਇੱਕ ਉਹ ਮੁੱਦਾ ਚੁੱਕਿਆ ਜੋ ਸਾਡੀ ਕਮਿਊਨਿਟੀ ਦੇ ਨਾਲ ਜੁੜਿਆ ਹੋਇਆ ਹੈ। ਭਾਵੇਂ ਉਹ ਕੋਈ ਕ੍ਰਾਈਸਿਸ ਹੋਏ ਜਾਂ ਕੋਈ ਚੰਗੀ ਚੀਜ਼ ਨੂੰ ਪ੍ਰਮੋਟ ਕਰਨ ਦੀ ਗੱਲ ਹੋਏ, ਕੋਈ ਰੀਸੋਰਸ, ਕੋਈ ਜਾਣਕਾਰੀ ਪਹੁੰਚਾਉਣ ਦੀ ਗੱਲ ਹੋਏ। ਜਸ ਪੰਜਾਬੀ ਦਾ ਹਮੇਸ਼ਾ ਇਹੀ ਮਿਸ਼ਨ ਰਿਹਾ ਹੈ ਕਿ ਜਿੱਥੇ ਵੀ ਪੰਜਾਬੀ ਵੱਸਦੇ ਹੈ ਉਹਨਾਂ ਨੂੰ ਇੱਕ ਦੂਜੇ ਦੇ ਨਾਲ ਅਤੇ ਸਹੀ ਚੀਜ਼ਾਂ ਨਾਲ ਅਤੇ ਪੰਜਾਬ ਅਤੇ ਪੰਜਾਬੀਅਤ ਨਾਲ ਜੋੜ ਕੇ ਰੱਖਣਾ। ਸੋ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਇੱਕ ਚੈਨਲ ਤੋਂ ਜੋ ਸ਼ੁਰੂ ਹੋਇਆ ਸੀ ਜਸ ਪੰਜਾਬੀ 2007 ਦੇ ਵਿੱਚ, ਹੌਲੀ ਹੌਲੀ ਵਾਹਿਗੁਰੂ ਦੀ ਮਿਹਰ ਦੇ ਨਾਲ 1 ਤੋਂ 2 ਤੋਂ 3 ਤੋਂ 4 ਚੈਨਲ ਇੰਟਰਨੈਸ਼ਨਲੀ ਬ੍ਰੌਡਕਾਸਟ ਹੋ ਰਹੇ। ਸੋ ਅੱਜ ਇਸ ਬੁਕੇ ਦੇ ਵਿੱਚ ਮੈਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ ਤੁਹਾਡੇ ਸਾਰਿਆਂ ਦੇ ਨਾਲ ਇੱਕ ਨਵਾਂ ਚੈਨਲ ਲਾਂਚ ਕਰਦੇ ਹੋਏ, ਨਵਾਂ ਚੈਨਲ ਦੇ ਬਾਰੇ ਖਬਰ ਤੁਹਾਨੂੰ ਦਿੰਦੇ ਹੋਏ ਕਿ ਜਸ ਪੰਜਾਬੀ ਅਕਸਰ ਇਹ ਸਾਨੂੰ ਇੱਥੇ ਸੁਣਨ ਨੂੰ ਮਿਲਦਾ ਸੀ ਕਿ ਜਸ ਪੰਜਾਬੀ ਅਮਰੀਕਾ 'ਤੇ ਬਹੁਤ ਫੋਕਸ ਕਰਦਾ ਹੈ, ਅਮਰੀਕਾ ਦੀ ਪ੍ਰੋਗਰਾਮਿੰਗ ਅਤੇ ਅਮਰੀਕਾ ਦੀ ਕਮਿਊਨਿਟੀ 'ਤੇ ਬਹੁਤ ਫੋਕਸ ਕਰਦਾ ਹੈ। ਅਸੀਂ ਜੋ ਕੈਨੇਡਾ ਵਾਲੇ ਹਾਂ ਸਾਡੀ ਵੀ ਗੱਲ ਤੁਸੀਂ ਰੱਖੋ। ਅਸੀਂ ਇੱਥੇ ਇੰਨੀ ਵੱਡੀ ਗਿਣਤੀ ਦੇ ਵਿੱਚ ਇੰਨੀ ਤਰੱਕੀਆਂ ਕਰ ਰਹੇ ਹਾਂ, ਸਾਡੀ ਵੀ ਗੱਲ ਹੋਣੀ ਚਾਹੀਦੀ ਹੈ। ਸੋ ਕੈਨੇਡਾ ਲਈ ਸਪੈਸ਼ਲ ਇਸ ਸਾਲ ਇੱਕ ਟੋਟਲੀ ਸੈਪਰੇਟ ਚੈਨਲ ਲਾਂਚ ਕੀਤਾ ਗਿਆ ਹੈ ਜਸ ਪੰਜਾਬੀ ਕੈਨੇਡਾ ਦੇ ਵਿੱਚ। ਸਾਰਿਆਂ ਨੂੰ ਸਵਾਗਤ ਕਰਦੇ ਹਾਂ ਇਸ ਸ਼ੋਅ ਦੇ ਵਿੱਚ, ਵੀ ਤੁਹਾਨੂੰ ਵੈਲਕਮ ਕਰਦੇ ਹਾਂ ਇੱਕ ਵਾਰੀ ਫਿਰ। ਅਸੀਂ ਸਾਰੇ ਉਹ ਮੁੱਦੇ, ਉਹ ਟੌਪਿਕਸ, ਉਨ ਸ਼ਖਸੀਅਤਾਂ ਨੂੰ ਲੈ ਕੇ ਆਵਾਂਗੇ ਜੋ ਨਾ ਕਿ ਸਿਰਫ ਕੈਨੇਡਾ ਦੇ ਵਿੱਚ ਸਾਡੀ ਕੌਮ ਦੀ ਜਗ੍ਹਾ ਬਣਾ ਰਹੇ ਹੈ, ਬਟ ਕਿਸ ਤਰ੍ਹਾਂ ਉਨ ਮਸਲਿਆਂ ਦਾ ਹੱਲ ਲੱਭ ਰਿਹਾ ਜੋ ਸਾਨੂੰ ਇਸ ਵੇਲੇ ਸਭ ਤੋਂ ਜ਼ਿਆਦਾ ਅਫੈਕਟ ਕਰਦੀਆਂ, ਖਾਸ ਕਰਕੇ ਜੋ ਕਮਿਊਨਿਟੀ ਦੀ ਨੀਡਸ ਹਨ, ਜੋ ਸਾਡੀ ਪੰਜਾਬੀ ਕਮਿਊਨਿਟੀ ਹੈਗੀ ਕੈਨੇਡਾ ਵਿੱਚ ਵੱਸਦੀ ਹੋਈ, ਉਹਨਾਂ ਦੀ ਹਰ ਇੱਕ ਲੋੜ, ਭਾਵੇਂ ਉਹ ਸੋਸ਼ਲ ਹੋਏ, ਪੋਲੀਟੀਕਲ ਹੋਏ, ਧਾਰਮਿਕ ਹੋਏ, ਕੋਈ ਬਿਜ਼ਨਸ ਪੱਖੋਂ, ਕੋਈ ਵੀ ਤੁਹਾਡੇ ਮੁੱਦੇ ਹਨ, ਮਸਲੇ ਹਨ, ਉਹਨਾਂ ਦੀ ਗੱਲ ਇਸ ਚੈਨਲ 'ਤੇ ਰੱਖੀ ਜਾਊਗੀ। ਐਂਡ ਆਫ ਕੋਰਸ ਜਿਸ ਤਰ੍ਹਾਂ ਜਸ ਪੰਜਾਬੀ ਸਾਡੀ ਟੀਮ ਨੂੰ ਬਹੁਤ ਹੀ ਚੰਗਾ ਲੱਗਦਾ ਤੁਹਾਡੇ ਨਾਲ ਮਿਲ ਕੇ, ਤੁਹਾਡੇ ਸ਼ਹਿਰਾਂ ਦੇ ਵਿੱਚ ਆ ਕੇ ਲੋਕਲ ਪ੍ਰੋਗਰਾਮਿੰਗ ਕਰਕੇ, ਅਸੀਂ ਇਹ ਟ੍ਰੈਡੀਸ਼ਨ ਕੈਨੇਡਾ ਦੇ ਵਿੱਚ ਵੀ ਕਾਇਮ ਰੱਖਾਂਗੇ। ਤੁਹਾਡੇ ਨਾਲ 1-on-1 ਪ੍ਰੋਗਰਾਮਸ ਕਰਾਂਗੇ ਸ਼ਹਿਰਾਂ ਦੇ ਵਿੱਚ ਆ ਕੇ, ਕੀ ਤੁਹਾਡੇ ਲੋਕਲ ਮਸਲੇ ਹਨ ਉਹਨਾਂ ਨੂੰ ਡਿਸਕਸ ਕਰਾਂਗੇ। ਜਿਸ ਤਰ੍ਹਾਂ ਅਸੀਂ ਰੋਡ ਟ੍ਰਿਪਸ ਕਰਦੇ ਹਾਂ ਉਹਨਾਂ ਦੀ ਵੀ ਤੁਸੀਂ ਕਹਿ ਲਓ ਟ੍ਰੈਡੀਸ਼ਨ ਕੈਨੇਡਾ ਦੇ ਵਿੱਚ ਜਾਰੀ ਰੱਖਾਂਗੇ। ਸੋ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਇੱਕ ਵਾਰੀ ਫਿਰ ਸਾਰਿਆਂ ਨੂੰ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਚਾਹ ਤੇ ਚਰਚਾ 'ਤੇ। ਐਂਡ ਅੱਜ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਕਰਨਾ ਚਾਹੁੰਦੀ ਹਾਂ ਇੱਕ ਇਹੋ ਜਿਹੇ ਗਰੁੱਪ ਦੇ ਨਾਲ ਜੋ ਸਭ ਤੋਂ ਜ਼ਿਆਦਾ ਤੁਸੀਂ ਕਹਿ ਸਕਦੇ ਹੋ ਮਿਹਨਤ ਕਰਦੇ ਹੈ ਕੈਨੇਡਾ ਪਹੁੰਚ ਕੇ, ਕਾਫੀ ਆਬਸਟੀਕਲਸ ਝੇਲਦੇ ਹੈ, ਚੈਲੰਜਸ ਫੇਸ ਕਰਦੇ ਹੈ ਆਪ ਦੀ ਜਗ੍ਹਾ ਬਣਾਉਣ ਲਈ, ਪਰ ਜਦੋਂ ਉਹ ਜਗ੍ਹਾ ਬਣਾ ਲੈਂਦੇ ਹੈ ਉਹ ਇੱਕ ਇਹੋ ਜਿਹੇ ਲੈਵਲ ਦੀ ਤਰੱਕੀ ਕਰਦੇ ਹੈ ਕਿ ਅੱਜ ਅਸੀਂ ਵੇਖ ਸਕਦੇ ਹਾਂ ਕਿਸ ਤਰ੍ਹਾਂ ਕੈਨੇਡਾ ਦੇ ਵਿੱਚ ਜਿੱਥੇ ਸਾਡੇ ਵੱਡੇ ਅਹੁਦਿਆਂ 'ਤੇ, ਭਾਵੇਂ ਉਹ ਪੋਲੀਟੀਕਲ ਹੋਣ ਜਾਂ ਬਿਜ਼ਨਸ ਵਾਈਜ਼ ਹੋਣ, ਸਾਡੇ ਆਪ ਦੀ ਕਮਿਊਨਿਟੀ ਦੇ ਮੈਂਬਰਸ ਬੈਠੇ ਹੋਏ ਹੈ। ਉਹਨਾਂ ਦੀ ਸ਼ੁਰੂਆਤ ਕਿਤੇ ਨਾ ਕਿਤੇ ਹੁੰਦੀ ਹੈ ਉਨ ਸਟੂਡੈਂਟਸ ਦੇ ਨਾਲ ਜੋ ਗ੍ਰੇਟ ਡਿਫਿਕਲਟੀ ਓਵਰਕਮ ਕਰਕੇ ਇੰਡੀਆ ਤੋਂ, ਪੰਜਾਬ ਤੋਂ ਪਹੁੰਚਦੇ ਹੈ ਕੈਨੇਡਾ, ਪੜ੍ਹਾਈ ਲਿਖਾਈ ਕਰਦੇ ਹੈ, ਆਪ ਦੀ ਜਗ੍ਹਾ ਬਣਾਉਂਦੇ ਹੈ ਇਸ ਸੁਸਾਇਟੀ ਦੇ ਵਿੱਚ। ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਵੀ ਸਾਡੇ ਪਹਿਲੇ ਗੈਸਟ ਸਾਨੂੰ ਜੁਆਇਨ ਕਰ ਰਹੇ ਹੈ, ਉਸ ਗਰੁੱਪ ਨੂੰ ਰੈਪਰੈਜ਼ੈਂਟ ਕਰਦੇ ਹੈ ਜੋ ਸਟੂਡੈਂਟਸ ਦਾ ਗਰੁੱਪ ਇੱਕ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਆਉਂਦਾ ਹੈ। ਉਹਨਾਂ ਦੀ ਥੋੜ੍ਹੀ ਜਿਹੀ ਮਸਲਿਆਂ ਨੂੰ ਡਿਸਕਸ ਕਰਨ ਲਈ ਸਾਡੇ ਇਸ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਸਾਨੂੰ ਜੁਆਇਨ ਕਰ ਰਿਹਾ ਬਰੈਂਪਟਨ ਤੋਂ ਹਰਸ਼ਨਦੀਪ ਸਿੰਘ ਸੰਧੂ। ਸਭ ਤੋਂ ਪਹਿਲੇ ਹਰਸ਼ਨਦੀਪ, ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜਸ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਹਰਸ਼ਨਦੀਪ, ਤੁਸੀਂ ਬਰੈਂਪਟਨ ਤੋਂ ਸਾਡੇ ਨਾਲ ਜੁੜ ਰਹੇ ਹੋ। ਤੁਹਾਡਾ ਜੋ ਕੀ ਕਹਿੰਦੇ ਸਟੂਡੈਂਟ ਬੋਡੀ ਦੇ ਬਾਰੇ ਤੁਹਾਡਾ ਐਕਸਪੀਰੀਅੰਸ ਹੈਗਾ, ਉਹਦੇ ਬਾਰੇ ਮੈਂ ਜ਼ਰੂਰ ਸੁਣਨਾ ਚਾਹਾਂਗੀ। ਕੀ ਚੰਗਾ ਕੀ ਮਾੜਾ ਤੁਸੀਂ ਐਕਸਪੀਰੀਅੰਸ ਕੀਤਾ ਇੱਕ ਇੰਟਰਨੈਸ਼ਨਲ ਸਟੂਡੈਂਟ ਹੋਣ ਦੇ ਨਾਤੇ। ਪਰ ਉਸ ਤੋਂ ਪਹਿਲੇ ਤੁਸੀਂ ਕੈਨੇਡਾ ਕਦੋਂ ਆਏ ਸੀ ਅਤੇ ਕਿੱਦਾਂ ਤੁਹਾਨੂੰ ਲੱਗ ਰਿਹਾ ਕੈਨੇਡਾ ਜਿੱਥੇ ਤੁਸੀਂ ਵਸੇ ਹੋਏ ਹੋ? ਮੈਂ 2019 ਦੇ ਵਿੱਚ ਇੱਥੇ ਜੁਲਾਈ ਮੰਥ ਦੇ ਵਿੱਚ ਆਇਆ ਸੀ ਐਜ਼ ਐਨ ਇੰਟਰਨੈਸ਼ਨਲ ਸਟੂਡੈਂਟ, ਐਂਡ ਦੈਨ ਉਸ ਤੋਂ ਬਾਅਦ ਮੈਂ 2 ਸਾਲ ਦੀ ਸਟੱਡੀ ਕਰਕੇ ਇੱਥੇ ਵਰਕ ਪਰਮਿਟ 'ਤੇ ਆਇਆ ਇਸ ਟਾਈਮ। ਅਤੇ ਪਿੱਛੋਂ ਮੈਂ ਪੰਜਾਬ ਲੁਧਿਆਣੇ ਤੋਂ ਹਾਂ ਅਤੇ ਮੇਰੀ ਸਟੱਡੀ ਹੋ ਗਈ ਹੈ ਐਜ਼ ਐਨ ਆਰਕੀਟੈਕਟ। ਮੈਂ ਸਟੱਡੀ ਕੀਤੀ ਅਤੇ ਹੁਣ ਮੈਂ ਜੋਬ ਲੱਭ ਰਿਹਾ ਐਜ਼ ਐਨ ਆਰਕੀਟੈਕਟ, ਅਤੇ ਬਹੁਤ ਵਧੀਆ ਰਿਹਾ ਆ ਸਾਰਾ ਕੁਛ। ਸਟੱਡੀ ਵੀ ਬਹੁਤ ਵਧੀਆ ਰਹੀ ਆ, ਬਹੁਤ ਚੰਗੇ ਮਾੜੇ ਐਕਸਪੀਰੀਅੰਸ ਮਿਲੇ ਨੇ ਦੇਖਣ ਨੂੰ, ਬਹੁਤ ਕੁਛ ਫੇਸ ਵੀ ਕੀਤਾ ਆ, ਸਟਰਗਲ ਵੀ ਕੀਤਾ, ਸਾਰਾ ਕੁਛ ਚੱਲਦੇ ਆ। ਜਿੱਥੇ ਖੜੇ ਨੇ ਆ ਵੀ ਬਹੁਤ ਕੁਛ ਦੇਖ ਰਹੇ ਹਾਂ ਅਸੀਂ, ਆਪਣੇ ਪੈਰਾਂ 'ਤੇ ਵੀ ਖੜੇ ਹਾਂ, ਆਪਣੀ ਫੈਮਲੀਜ਼ ਨੂੰ ਵੀ ਦੇਖ ਰਹੇ ਹਾਂ, ਅਤੇ ਆਪਣਾ ਫਿਊਚਰ ਵੀ ਹੁਣ ਪਲੈਨ ਕਰਨ ਦੇ ਅਸੀਂ ਇੰਨੇ ਕੁ ਕਾਬਲ ਹੋ ਗਏ ਕਿ ਅਸੀਂ ਆਪਣਾ ਫਿਊਚਰ ਖੁਦ ਪਲੈਨ ਕਰ ਸਕਦੇ ਹਾਂ। ਹਰਸ਼ਨਦੀਪ, ਤੁਸੀਂ ਮੈਂ ਇਸ ਟਾਈਮਿੰਗ ਦੇ ਬਾਰੇ ਥੋੜ੍ਹਾ ਜਿਹਾ ਤੁਹਾਡੇ ਤੋਂ ਪੁੱਛਣਾ ਚਾਹੁੰਦੀ। ਬਹੁਤ ਹੀ ਯੂਨੀਕ ਟਾਈਮਿੰਗ ਤੁਹਾਡੀ ਹੈਗੀ। 2019 ਦੇ ਵਿੱਚ ਤੁਸੀਂ ਆਏ ਅਤੇ ਕੁਛ ਹੀ ਸਮੇਂ ਬਾਅਦ ਇਹ ਮਹਾਂਮਾਰੀ ਕੋਵਿਡ ਨੇ ਪੂਰੀ ਦੁਨੀਆ ਨੂੰ ਇੱਕ ਨਾ ਇੱਕ ਤਰ੍ਹਾਂ ਬੰਦ ਹੀ ਕਰ ਦਿੱਤਾ। ਉਹ ਕੁਛ ਪਹਿਲੇ ਮਹੀਨੇ ਪਹਿਲਾਂ ਉਹ ਸਾਲ ਕਿਸ ਤਰ੍ਹਾਂ ਸੀਗਾ ਤੁਹਾਡਾ ਇੱਕ ਨਵੇਂ ਸਟੂਡੈਂਟ ਦੇ ਤੌਰ 'ਤੇ, ਪਰਿਵਾਰ ਤੋਂ ਦੂਰ, ਐਂਡ ਕੋਵਿਡ ਦਾ ਸਭ ਕੁਛ ਚੱਲ ਰਿਹਾ ਸੀ? ਉਹ ਐਕਸਪੀਰੀਅੰਸ ਬਾਰੇ ਥੋੜ੍ਹਾ ਜਿਹਾ ਸਾਨੂੰ ਦੱਸੋ। ਇੱਦਾਂ ਸੀਗਾ ਵੀ 2020 ਦੇ ਮਾਰਚ ਦੀ ਗੱਲ ਹੈ, ਜਦੋਂ ਕੋਵਿਡ ਕੈਨੇਡਾ ਦੇ ਵਿੱਚ ਥੋੜ੍ਹਾ ਜਿਹਾ ਫੈਲਣ ਲੱਗਿਆ, ਅਤੇ ਮਾਰਚ ਦੇ ਵਿੱਚ ਸਾਡੇ ਉਦੋਂ ਕਾਲਜਿਸ ਬੰਦ ਹੋ ਗਏ ਸੀਗੇ, ਅਤੇ ਉਹਨਾਂ ਨੇ ਕਰ ਦਿੱਤਾ ਔਨਲਾਈਨ ਕਲਾਸਿਸ ਵਗੈਰਾ, ਸਾਰਾ ਕੁਛ ਹੋ ਗਿਆ। ਇਹ ਦਿੱਕਤ ਸਾਨੂੰ ਇੱਦਾਂ ਆਉਂਦੀ ਹੈ ਕਿ ਇੱਥੇ ਸਟੱਡੀ ਜਦੋਂ ਅਸੀਂ ਸਟੂਡੈਂਟ ਆਉਂਦੇ ਹਾਂ ਤਾਂ ਸਟੱਡੀ ਸਾਡੇ ਲਈ ਸਭ ਤੋਂ ਜ਼ਿਆਦਾ ਪ੍ਰਾਇਓਰਟੀ ਰੱਖਦੀ ਹੈ। ਜੇ ਅਸੀਂ ਸਟੱਡੀ ਨਹੀਂ ਕਰਦੇ ਸਾਡੇ ਪੱਲੇ ਕੁਛ ਨਹੀਂ ਰਹਿ ਜਾਂਦਾ, ਅਤੇ ਉਹ ਸਾਰਾ ਕੁਛ ਨਾਲ ਦੀ ਨਾਲ ਚੱਲਣਾ। ਅਤੇ ਜਿਵੇਂ ਹੁਣ ਸਾਡੇ ਕੋਰਸਿਸ ਸੀਗੇ, ਕਈ ਕੋਰਸਿਸ ਇੱਦਾਂ ਦੇ ਹੁੰਦੇ ਆ ਵੀ ਔਨਲਾਈਨ ਸਟੱਡੀ ਕਰਨਾ ਸਾਡੇ ਲਈ ਬਹੁਤ ਡਿਫੀਕਲਟ ਆ, ਬਹੁਤ ਜ਼ਿਆਦਾ। ਹੁਣ ਜਿਵੇਂ ਮੈਂ ਆਰਕੀਟੈਕਚਰ ਪੜ੍ਹਿਆ ਇੱਥੇ, ਤਾਂ ਆਰਕੀਟੈਕਚਰ ਔਨਲਾਈਨ ਸਾਰਾ ਕੁਛ ਸਿੱਖਣਾ ਇਹ ਸਾਡੇ ਲਈ ਇੱਕ ਬਹੁਤ ਵੱਡਾ ਚੈਲੰਜ ਸੀਗਾ। ਅਤੇ ਫਿਰ ਵੀ ਅਸੀਂ 2 ਸਾਲ ਆਪਣੀ ਮਿਹਨਤ ਕੀਤੀ, ਜਿਵੇਂ ਵੀ ਸੀਗਾ ਸਾਰਾ ਕੁਝ ਫੇਸ ਕਰਕੇ ਕੀਤਾ ਆ। ਇਹ ਇੱਕ ਸਾਡੇ ਲਈ ਔਨਲਾਈਨ ਕਲਾਸਿਸ ਦਾ ਇੱਕ ਨਵਾਂ ਇੱਕ ਰੁਝਾਨ ਸੀਗਾ ਸਾਡੇ ਲਈ, ਤਾਂ ਕਿਉਂਕਿ ਆਪਾਂ ਨੇ ਜਿਵੇਂ ਹੁਣ ਇੰਡੀਆ ਦੇ ਵਿੱਚ ਅਸੀਂ ਰਹੇ ਹਾਂ, ਇੰਡੀਆ ਵਿੱਚ ਸਾਰਾ ਕੁਝ ਅਸੀਂ ਇਨ ਪ੍ਰੈਜ਼ੈਂਟ ਜਾ ਕੇ ਉੱਥੇ ਅਸੀਂ ਸਿੱਖਿਆ, ਸਾਰਾ ਕੁਛ ਗ੍ਰੈਜੂਏਸ਼ਨਸ ਕੀਤੀਆਂ, ਸਕੂਲਿੰਗ ਵਗੈਰਾ ਜੋ ਵੀ ਸੀਗਾ ਉੱਦਾਂ ਹੀ ਕੀਤਾ। ਅਤੇ ਇਹ ਇੱਕ ਜੋ ਸਾਡੇ ਲਈ ਸੀਗਾ। ਉਸ ਤੋਂ ਬਾਅਦ ਚਲੋ ਬਾਕੀ ਕੰਮ ਵਗੈਰਾ ਤਾਂ ਪਾਰਟ ਟਾਈਮ ਚੱਲਦਾ ਰਹਿੰਦਾ ਹੈ, ਸਾਰਾ ਕੁਛ ਮੈਨੇਜ ਹੋ ਜਾਂਦਾ ਹੈ। ਸਟੱਡੀ ਨੂੰ ਮੈਨੇਜ ਕਰਨਾ ਔਨਲਾਈਨ, ਇਹ ਇੱਕ ਸਾਡੇ ਲਈ ਇੱਕ ਬਹੁਤ ਵੱਡਾ ਚੈਲੰਜ ਰਿਹਾ। ਖਾਸ ਕਰਕੇ ਇਸ ਫੀਲਡ ਦੇ ਵਿੱਚ ਆਈ ਐਮ ਸ਼ੋਰ ਕਾਫੀ ਹੈਂਡਜ਼ ਔਨ ਇਹ ਤੁਹਾਡੀ ਫੀਲਡ ਹੈਗੀ ਆਰਕੀਟੈਕਚਰ ਦੀ। ਜੋ ਤੁਹਾਡੇ ਸੁਪੀਰੀਅਰਸ ਹੁੰਦੇ ਹੈ ਉਹਨਾਂ ਦੇ ਨਾਲ ਰਲ ਕੇ ਸਿੱਖਣਾ, ਕੰਮ ਕਰਨਾ ਇੱਕ ਬਹੁਤ ਵੱਡਾ ਹਿੱਸਾ ਹੈਗਾ ਇਸ ਫੀਲਡ ਦਾ, ਜੋ ਆਫ ਕੋਰਸ ਤੁਸੀਂ ਰਿਮੋਟਲੀ ਕਰ ਹੀ ਨਹੀਂ ਸਕਦੇ। ਅਤੇ ਪਹਿਲੇ ਉਨ ਦਿਨਾਂ ਦੇ ਵਿੱਚ ਆਈ ਐਮ ਸ਼ੋਰ ਬਹੁਤ ਔਖਾ ਹੋਇਆ ਹੋਣਾ। ਇੱਥੇ ਜਦੋਂ ਅਸੀਂ ਅਮਰੀਕਾ ਬਾਰੇ ਸੋਚਦੇ ਹਾਂ 2020 ਦੇ ਪਹਿਲੇ ਮਹੀਨਿਆਂ ਦੇ ਵਿੱਚ, ਫਿਰ ਸਾਲ ਜਿਸ ਤਰ੍ਹਾਂ ਅੱਗੇ ਵਧਿਆ, ਇੰਟਰਨੈਸ਼ਨਲ ਸਟੂਡੈਂਟਸ ਨੂੰ ਖਾਸ ਕਰਕੇ ਇੱਕ ਖਤਰਾ ਜਿਹਾ ਹੋ ਗਿਆ ਸੀ ਕਿ ਉਹਨਾਂ ਦੇ ਜੋ ਵੀਜ਼ਾਜ਼ ਸੀਗੇ ਉਹਨਾਂ ਨੂੰ ਟੈਂਪਰੇਰੀ ਕਿਹਾ ਜਾ ਰਿਹਾ ਸੀ ਕਿ ਤੁਸੀਂ ਨਹੀਂ ਇੱਥੇ ਆ ਸਕਦੇ, ਜਾਂ ਵਾਪਸ ਜਾਣ ਦੇ ਵਿੱਚ ਦਿੱਕਤ ਹੋ ਰਹੀ ਸੀ। ਇਹੋ ਜਿਹੀ ਕੋਈ ਪ੍ਰੋਬਲਮ ਕੈਨੇਡਾ ਦੇ ਵਿੱਚ ਤੁਸੀਂ ਮਹਿਸੂਸ ਕੀਤੀ ਸੀ ਉਸ ਟਾਈਮ? ਉਸ ਵੇਲੇ ਤਾਂ ਸਾਨੂੰ ਕੈਨੇਡੀਅਨ ਗੌਰਮੈਂਟ ਨੇ ਵਰਕ ਲਈ ਵੀ 40 ਆਵਰਸ ਪਲੱਸ ਐਲੀਜੀਬਲ ਕਰ ਦਿੱਤਾ ਸੀ। ਹਾਲਾਂਕਿ ਅਸੀਂ ਪਾਰਟ ਟਾਈਮ ਹੀ ਕਰ ਸਕਦੇ ਹਾਂ ਐਜ਼ ਏ ਸਟੂਡੈਂਟ। ਜਦੋਂ ਅਸੀਂ ਹੁੰਦੇ ਹਾਂ ਤਾਂ ਸਟੱਡੀ ਪਰਮਿਟ 'ਤੇ ਅਸੀਂ 20 ਆਵਰਸ ਕੰਮ ਕਰ ਸਕਦੇ ਹਾਂ। ਲੇਕਿਨ ਉਸ ਟਾਈਮ ਕੈਨੇਡੀਅਨ ਗੌਰਮੈਂਟ ਨੇ ਸਾਨੂੰ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਇਸ ਚੀਜ਼ ਦੇ ਵਿੱਚ। ਅਸੀਂ 40 ਆਵਰਸ ਕੰਮ ਕਰ ਸਕਦੇ ਸੀ, ਔਨਲਾਈਨ ਕਲਾਸਿਸ ਹੁੰਦੀਆਂ ਸੀ, ਸਾਰਾ ਕੁਛ ਵਧੀਆ ਹੁੰਦਾ ਸੀ। ਅਤੇ ਉਹ ਸਭ ਚੀਜ਼ਾਂ ਨੂੰ ਦੇਖਦੇ ਹੋਏ ਇਹਨਾਂ ਨੇ ਉਸ ਤੋਂ ਬਾਅਦ TR to PR ਪ੍ਰੋਗਰਾਮ ਵੀ ਕੱਢਿਆ ਇੱਕ, ਜਿਹਦੇ ਵਿੱਚ ਰੀਸੈਂਟਲੀ ਜਿਹੜੇ ਗ੍ਰੈਜੂਏਟ ਹੋਏ ਨੇ ਉਹ ਸਾਰੇ ਉਹਦੇ ਵਿੱਚ PR ਹੋ ਸਕਦੀ ਸੀ, ਅਤੇ ਹੋਏ ਵੀ ਨੇ ਕੁਛ 90,000 ਦੇ ਕਰੀਬ ਇਹਨਾਂ ਨੇ ਜਿਹੜੇ ਸਟੂਡੈਂਟ ਸੀਗੇ ਇੰਟਰਨੈਸ਼ਨਲ ਸਟੂਡੈਂਟ ਉਹਨਾਂ ਨੂੰ PR ਦਿੱਤੀ ਹੈ। ਅਤੇ ਸਾਡੇ ਵੱਲੋਂ ਕੈਨੇਡੀਅਨ ਗੌਰਮੈਂਟ ਨੇ ਤਾਂ ਮਤਲਬ ਸਾਡੀ ਬਹੁਤ ਹੈਲਪ ਕੀਤੀ ਹੈ। ਬਾਕੀ
ਇਟਸ ਰੀਲੀ ਗੁੱਡ ਟੂ ਹੀਅਰ ਦੈਟ ਨਹੀਂ ਆਈ ਥਿੰਕ ਖਾਸ ਕਰਕੇ ਜਦੋਂ ਅਮਰੀਕਾ ਕੈਨੇਡਾ ਦੇ ਵਿੱਚ ਅਸੀਂ ਫਰਕ ਗਿਣਦੇ ਹਾਂ ਇਹ ਸਭ ਤੋਂ ਵੱਡਾ ਇੱਕ ਫਰਕ ਹੈ ਕਿ ਉੱਥੇ ਇੰਟਰਨੈਸ਼ਨਲ ਕਮਿਊਨਿਟੀਜ਼ ਨੂੰ ਖਾਸ ਕਰਕੇ ਸਟੂਡੈਂਟਸ ਨੂੰ ਕਾਫੀ ਸਹੂਲਤਾਂ ਦਿੱਤੀਆਂ ਜਾਂਦੀਆਂ ਸੋ ਕੋਵਿਡ ਦੇ ਦੌਰਾਨ ਵੀ ਇਹ ਚੀਜ਼ਾਂ ਤੁਹਾਡੇ ਲਈ ਦਿੱਤੀਆਂ ਗਈਆਂ ਇਹ ਰਿਕਮੈਂਡੇਸ਼ਨਸ ਤੁਹਾਡੇ ਲਈ ਦਿੱਤੀਆਂ ਗਈਆਂ ਇਟਸ ਰੀਲੀ ਗੁੱਡ ਟੂ ਹੀਅਰ ਬਟ ਆਫ ਕੋਰਸ ਸਟੂਡੈਂਟਸ ਲਈ ਹੋਰ ਵੱਖਰੇ ਚੈਲੰਜਸ ਬਹੁਤ ਤੁਹਾਨੂੰ ਫੇਸ ਕਰਨੇ ਪੈਂਦੇ ਹੈ ਐਂਡ ਮੈਂ ਇਹਦੇ ਬਾਰੇ ਥੋੜ੍ਹੀ ਜਿਹੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ ਵਿਦ ਦ ਮਾਈਂਡ ਕਿ ਅਸੀਂ ਇਨ ਚੀਜ਼ਾਂ ਬਾਰੇ ਡਿਸਕਸ਼ਨ ਕਰਕੇ ਸ਼ਾਇਦ ਇਹਨਾਂ ਦਾ ਹੱਲ ਆਉਣ ਵਾਲੇ ਸਟੂਡੈਂਟਸ ਲਈ ਆਉਣ ਵਾਲੀ ਕਮਿਊਨਿਟੀਜ਼ ਲਈ ਕੁਛ ਲੱਭ ਸਕੀਏ ਬਟ ਇਨ ਐਨੀ ਕੇਸ ਉਹਨਾਂ ਦੇ ਬਾਰੇ ਅਵੇਅਰਨੈਸ ਤਾਂ ਰੇਜ਼ ਕਰ ਸਕੀਏ ਇੱਥੇ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ ਹਰਸ਼ਨਦੀਪ ਸਿੰਘ ਸੰਧੂ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਬਰੈਂਪਟਨ ਤੋਂ ਅਤੇ ਬਾਕੀ ਸਾਡੇ ਸਾਰੇ ਕੈਨੇਡਾ ਦੇ ਸਰੋਤੇ ਜੋ ਵੇਖ ਰਹੇ ਹੈ ਕਨਵਰਸੇਸ਼ਨ ਜਾਰੀ ਹੈ ਲਾਈਵ ਪ੍ਰੋਗਰਾਮ ਤੁਹਾਡੇ ਨਾਲ ਲੈ ਕੇ ਨਵਾਂ ਹਾਜ਼ਰ ਹੋਇਆ ਅਤੇ ਗੱਲ ਇਸੇ ਤਰ੍ਹਾਂ ਜਾਰੀ ਰਹੇਗੀ ਕਿੱਥੇ ਨਾ ਜਾਓ ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ ਬ੍ਰੇਕ ਤੋਂ ਬਾਅਦ ਸਾਡੇ ਸਾਰੇ ਕੈਨੇਡਾ ਦੇ ਵਿੱਚ ਜੁੜੇ ਹੋਏ ਸਰੋਤਿਆਂ ਨੂੰ ਇੱਕ ਵਾਰੀ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਇਸ ਨਵੇਂ ਸ਼ੋਅ ਦੇ ਵਿੱਚ ਅਸੀਂ ਸਵਾਗਤ ਕਰਦੇ ਹਾਂ ਤੁਸੀਂ ਜਸ ਪੰਜਾਬੀ ਨੂੰ ਵੇਖ ਰਹੇ ਹੋ ਅਤੇ ਚਾਹ ਅਤੇ ਚਰਚਾ ਦੇ ਨਾਲ ਜੁੜੇ ਹੋਏ ਹੋ ਲਾਈਵ ਡਿਸਕਸ਼ਨਸ ਜੋ ਵੀ ਸਾਡੀ ਪੰਜਾਬੀ ਕੈਨੇਡੀਅਨ ਕਮਿਊਨਿਟੀ ਨਾਲ ਜੁੜੇ ਹੋਏ ਮਸਲੇ ਹੈਗੇ ਇਸ ਸ਼ੋਅ ਦੇ ਵਿੱਚ ਅਸੀਂ ਹਰ ਮੰਡੇ ਟੂ ਫਰਾਈਡੇ ਸ਼ਾਮੀ ਲਾਈਵ ਤੁਹਾਡੇ ਨਾਲ ਜੁੜ ਕੇ ਡਿਸਕਸ ਕਰਾਂਗੇ ਅਤੇ ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ ਅਗਰ ਕੋਈ ਇਹੋ ਜਿਹੇ ਮਸਲੇ ਕੋਈ ਇਹੋ ਜਿਹੇ ਮੁੱਦੇ ਹਨ ਜੋ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਚੁੱਕਣੇ ਚਾਹੀਦੇ ਹੈ ਸਾਨੂੰ ਡਿਸਕਸ ਕਰਨੇ ਚਾਹੀਦੇ ਜਾਂ ਸ਼ਾਇਦ ਤੁਸੀਂ ਉਹਨਾਂ ਬਾਰੇ ਕੁਛ ਜਾਣਕਾਰੀ ਸ਼ੇਅਰ ਕਰਨਾ ਚਾਹੁੰਦੇ ਹੋ ਤੁਸੀਂ ਸਾਨੂੰ ਲਿਖ ਵੀ ਸਕਦੇ ਹੋ info@justbroadcasting.com ashmita@justbroadcasting.com ਅਤੇ ਅੱਜ ਅਸੀਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ ਇੱਕ ਇਹੋ ਜਿਹੇ ਗਰੁੱਪ ਦੇ ਨਾਲ ਜੋ ਸ਼ਾਇਦ ਸਭ ਤੋਂ ਜ਼ਿਆਦਾ ਸਟਰਗਲ ਕਰਦੇ ਆ ਜਦੋਂ ਉਹ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਦੇ ਆ ਕੈਨੇਡਾ ਦੇ ਵਿੱਚ ਪੰਜਾਬ ਤੋਂ ਆ ਕੇ ਇੱਕ ਸਟੂਡੈਂਟ ਦੇ ਤੌਰ 'ਤੇ ਪਰਿਵਾਰ ਤੋਂ ਦੂਰ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਪੜ੍ਹਾਈ 'ਤੇ ਫੋਕਸ ਕਰਨਾ ਅੱਗੇ ਕਰੀਅਰ ਬਾਰੇ ਸੋਚਣਾ ਆਪ ਦੀ ਫੈਮਿਲੀ ਸ਼ਾਇਦ ਸ਼ੁਰੂ ਕਰਨ ਬਾਰੇ ਸੋਚਣਾ ਇਹੋ ਜਿਹੀ ਚੀਜ਼ਾਂ ਇੱਕੋ ਸਮੇਂ ਕਰਨਾ ਕਾਫੀ ਡਿਫਿਕਲਟ ਹੋ ਜਾਂਦਾ ਹੈ ਬਟ ਫਿਰ ਵੀ ਸਟੂਡੈਂਟਸ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਆਉਂਦੇ ਅਤੇ ਵੱਡੀ ਗਿਣਤੀ ਦੇ ਵਿੱਚ ਤਰੱਕੀ ਵੀ ਕਰਦੇ ਹੈ ਲੇਕਿਨ ਕੀ ਉਹਨਾਂ ਨੂੰ ਆਬਸਟੀਕਲਸ ਚੈਲੰਜਸ ਫੇਸ ਕਰਨੇ ਪੜਦੇ ਹੈ ਉਸ ਤਰੱਕੀ ਤੱਕ ਪਹੁੰਚਣ ਲਈ ਇਹਦੇ ਬਾਰੇ ਥੋੜ੍ਹੀ ਜਿਹੀ ਗੱਲ ਕਰਾਂਗੇ ਸਾਨੂੰ ਜੁਆਇਨ ਕਰ ਰਹੇ ਇਸ ਪ੍ਰੋਗਰਾਮ ਦੇ ਵਿੱਚ ਬਰੈਂਪਟਨ ਤੋਂ ਹਰਸ਼ਨਦੀਪ ਸਿੰਘ ਸੰਧੂ ਇੱਕ ਵਾਰੀ ਫਿਰ ਹਰਸ਼ਨਦੀਪ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹਰਸ਼ਨਦੀਪ ਤੁਸੀਂ ਜਦੋਂ ਕੈਨੇਡਾ ਪਹੁੰਚੇ 2019 ਦੇ ਵਿੱਚ ਆਪ ਦੀ ਸਟੱਡੀ ਕਰਨ ਲਈ ਕੁਝ ਸਮੇਂ ਬਾਅਦ ਹੀ ਕੋਵਿਡ ਦੇ ਸਾਰੇ ਲੋਕਡਾਊਨ ਸਾਰਾ ਪੈਂਡੈਮਿਕ ਦਾ ਰੌਲਾ ਸ਼ੁਰੂ ਹੋਇਆ ਐਂਡ ਹੁਣ ਇੰਨੇ ਸਾਲਾਂ ਬਾਅਦ ਲੱਗਦਾ ਕਿ ਸ਼ਾਇਦ ਇਸ ਪੈਂਡੈਮਿਕ ਨਾਲ ਸਾਨੂੰ ਕਿਸੇ ਨਾ ਕਿਸੇ ਹਾਲਾਤ ਵਿੱਚ ਜੀਣਾ ਹੀ ਪੈਣਾ ਹੈ ਇੱਕ ਸੁਸਾਇਟੀ ਦਾ ਇੱਕ ਹਿੱਸਾ ਇਹ ਬਣ ਗਿਆ ਹੁਣ ਚੀਜ਼ਾਂ ਨੋਰਮਲਾਈਜ਼ ਹੋਪਫੁਲੀ ਹੋ ਰਹੀਆਂ ਥੋੜ੍ਹੀ ਜਿਹੀ ਤੁਸੀਂ ਆਪ ਦੀ ਸਟੱਡੀਜ਼ ਵੀ ਕੰਪਲੀਟ ਕਰ ਲਈਆਂ ਹੁਣ ਤੁਸੀਂ ਜੌਬ ਵੱਲ ਤੁਰ ਰਹੇ ਹੋ ਲੈਟਸ ਟਾਕ ਅ ਲਿਟਲ ਬਿਟ ਅਬਾਊਟ ਉਨ ਚੈਲੰਜਸ ਬਾਰੇ ਜੋ ਤੁਸੀਂ ਐਕਸਪੀਰੀਅੰਸ ਕੀਤੇ ਜਦੋਂ ਤੁਸੀਂ ਇੱਕ ਸਟੂਡੈਂਟ ਦੇ ਤੌਰ 'ਤੇ ਖਾਸ ਕਰਕੇ ਆਪ ਦੇ ਲਈ ਕੈਨੇਡੀਅਨ ਸੁਸਾਇਟੀ ਵਿੱਚ ਜਗ੍ਹਾ ਬਣਾ ਰਹੇ ਸੀ ਕਿਸ ਸ਼ਹਿਰ ਦੇ ਵਿੱਚ ਤੁਸੀਂ ਰਹਿ ਰਹੇ ਸੀ ਅਤੇ ਕੀ ਤੁਸੀਂ ਔਖੇ ਟਾਈਮਸ ਵੇਖੇ ਸ਼ੁਰੂਆਤ ਦੇ ਵਿੱਚ ਇੱਕ ਸਟੂਡੈਂਟ ਹੋਣ ਦੇ ਨਾਤੇ ਮੈਂ ਮੌਂਟਰੀਅਲ ਦੇ ਵਿੱਚ ਸੀ ਮੌਂਟਰੀਅਲ ਇੱਕ ਫ੍ਰੈਂਚ ਸਿਟੀ ਕਹੀ ਜਾਂਦੀ ਹੈ ਉੱਥੇ ਫ੍ਰੈਂਚ ਦਾ ਮਤਲਬ ਜ਼ਿਆਦਾਤਰ ਲੋਕ ਜਿਹੜੇ ਫ੍ਰੈਂਚ ਬੋਲਦੇ ਨੇ ਅਤੇ ਅਸੀਂ ਆਏ ਹਾਂ ਪੰਜਾਬ ਤੋਂ ਸਾਨੂੰ ਪੰਜਾਬੀ ਅਤੇ ਇੰਗਲਿਸ਼ ਤੋਂ ਇਲਾਵਾ ਫ੍ਰੈਂਚ ਥੋੜ੍ਹੀ ਇਹ ਇੱਕ ਥਰਡ ਲੈਂਗੁਏਜ ਆ ਜਾਂਦੀ ਹੈ ਇਹ ਉੱਥੇ ਦਿੱਕਤ ਆਉਂਦੀ ਹੈ ਕਿ ਜ਼ਿਆਦਾਤਰ ਲੋਕ ਫ੍ਰੈਂਚ ਬੋਲਦੇ ਨੇ ਕੰਮ 'ਤੇ ਜਦੋਂ ਅਸੀਂ ਕੰਮ ਲੱਭਣਾ ਆ ਉਹਦੇ ਲਈ ਦਿੱਕਤ ਆਉਂਦੀ ਹੈ ਸਟੱਡੀ ਤਾਂ ਹੋ ਜਾਂਦੀ ਸਟੱਡੀ ਤਾਂ ਇੰਗਲਿਸ਼ ਵਿੱਚ ਹੁੰਦਾ ਸਾਰਾ ਕੁਛ ਹੈ ਨਾ ਅਤੇ ਇਹ ਚੀਜ਼ ਇਹ ਉੱਥੇ ਇਸ ਚੀਜ਼ ਨੂੰ ਅਸੀਂ ਫੇਸ ਕਰਨਾ ਸਾਡੇ ਲਈ ਥੋੜ੍ਹਾ ਜਿਹਾ ਡਿਫੀਕਲਟ ਰਿਹਾ ਅਤੇ ਬਾਕੀ ਸਟੱਡੀ ਤਾਂ ਹੋ ਜਾਂਦੀ ਹੈ ਸਾਰਾ ਕੁਛ ਚੱਲਦਾ ਸੋ ਤੁਸੀਂ ਉੱਥੇ ਜਦੋਂ ਕੰਮ ਕਰ ਰਹੇ ਸੀ ਇਸ ਤੀਜੀ ਭਾਸ਼ਾ ਨੂੰ ਤੁਸੀਂ ਫਿਰ ਸਿੱਖਿਆ ਜਾਂ ਕਿਸ ਤਰ੍ਹਾਂ ਤੁਸੀਂ ਕਮਿਊਨੀਕੇਟ ਕਰਦੇ ਸੀ ਉਹਨਾਂ ਦੇ ਨਾਲ ਜੋ ਤੁਹਾਡੇ ਨਾਲ ਸ਼ਾਇਦ ਅੰਗਰੇਜ਼ੀ 'ਚ ਨਹੀਂ ਗੱਲ ਕਰਦੇ ਸੀ ਬਸ ਜਿਵੇਂ ਕੰਮ 'ਤੇ ਜਾਣਾ ਕੰਮ ਉੱਦਾਂ ਦੇ ਲੱਭਣੇ ਜਿੱਥੇ ਇੰਗਲਿਸ਼ ਸਪੀਕਿੰਗ ਲੋਕ ਹੋਣ
ਜ਼ਿਆਦਾਤਰ ਫਰੰਟ ਡੈਸਕ ਤੇ ਸਾਨੂੰ ਜੌਬ ਨਹੀਂ ਮਿਲਦੀ। ਜਿੱਥੇ ਕਸਟਮਰਸ ਨਾਲ ਡੀਲਿੰਗ ਹੁੰਦੀ ਆ, ਲੋਕਾਂ ਨਾਲ ਡੀਲ ਕਰਨਾ ਆ, ਉੱਥੇ ਨਹੀਂ ਜੌਬ ਮਿਲਦੀ ਜੇ ਤੁਸੀਂ ਬਾਈਲਿੰਗੁਅਲ ਨਹੀਂ ਹੈਗੇ। ਤੇ ਕੰਮ ਉੱਥੇ ਹੀ ਮਿਲਦਾ ਆ ਜਿੱਥੇ ਜ਼ਿਆਦਾਤਰ ਇੰਗਲਿਸ਼ ਸਪੀਕਿੰਗ ਲੋਕ ਹੋਣ। ਤੇ ਜਾਂ ਸਾਡੇ ਇੱਦਾਂ ਦੇ ਵੀ ਕੰਮ ਹੈਗੇ ਆ ਕਾਫੀ ਜਿੱਥੇ ਸਾਡੇ ਪੰਜਾਬੀ ਕਮਿਊਨਿਟੀ ਨੇ ਉਹ ਬਹੁਤ ਤਰੱਕੀ ਕੀਤੀ ਹੋਈ ਆ, ਉੱਥੇ ਬਹੁਤ ਉੱਚੇ ਲੈਵਲ ਤੇ ਬੈਠੇ ਨੇ ਸਾਰੇ। ਤੇ ਉੱਥੇ ਏਦਾਂ ਸਾਰਨਾ ਪੈਂਦਾ ਸੀ ਤੇ ਬਸ ਏਦਾਂ ਹੀ ਸਾਰਿਆ। ਜੀ ਫ੍ਰੈਂਚ ਨੂੰ ਸਿੱਖਣਾ ਉੱਥੇ ਇਹ ਇੱਕ ਔਖਾ ਹੈ ਬਹੁਤ। ਫ੍ਰੈਂਚ ਇੱਕ ਨਵੀਂ ਲੈਂਗੁਏਜ ਨੂੰ ਸ਼ੁਰੂ ਤੋਂ ਹੱਥ ਪਾਉਣਾ ਬਿਲਕੁਲ ਇੱਕ ਨਵੇਂ ਬੰਦੇ ਲਈ ਥੋੜਾ ਜਿਹਾ ਡਿਫਿਕਲਟ ਹੈ। ਤੇ ਸਾਡੇ ਲਈ ਟਾਈਮ ਬੌਂਡਿੰਗ ਵੀ ਹੁੰਦੀ ਆ ਵੀ ਸਾਡੇ ਕੋਲ 2 ਸਾਲ ਦਾ ਸਟੱਡੀ ਵੀਜ਼ਾ ਹੁੰਦਾ ਆ। ਸਟੱਡੀ ਵੀਜ਼ੇ ਤੋਂ ਬਾਅਦ 3 ਸਾਲ ਸਾਨੂੰ ਵਰਕ ਪਰਮਿਟ ਮਿਲਦਾ ਹੈ। ਤੇ 2 ਸਾਲਾਂ ਦੇ ਵਿੱਚ ਫ੍ਰੈਂਚ ਸਿੱਖਣੀ ਇਹ ਕੋਈ ਬਹੁਤ ਔਖਾ ਹੈ। ਤੇ ਨਾਲ ਅਸੀਂ ਸਟੱਡੀ ਵੀ ਕਰਨੀ ਹੈ। ਜੋ ਅਸੀਂ ਕੋਰਸ ਲਏ ਹੋਏ ਨੇ ਉਹਨਾਂ ਸਾਰਿਆਂ ਨੂੰ ਟਾਈਮ ਦੇਣਾ ਆ, ਆਪਣੇ ਘਰਦਿਆਂ ਨੂੰ ਟਾਈਮ ਦੇਣਾ ਆ, ਆਪਣੇ ਲਈ ਟਾਈਮ ਕੱਢਣਾ, ਇਹ ਸਾਰਾ ਕੁਝ ਬਹੁਤ ਸਟਰੈਸਫੁਲ ਵੀ ਹੁੰਦਾ ਆ। ਤੇ ਬਹੁਤ ਅਸੀਂ ਸਟਰੈਸ ਵਿੱਚ ਜ਼ਿਆਦਾਤਰ ਸਟੂਡੈਂਟ ਸਟਰੈਸ ਬਹੁਤ ਜ਼ਿਆਦਾ ਸਟਰੈਸ ਵਿੱਚ ਰਹਿੰਦੇ ਨੇ ਇਸ ਚੀਜ਼ਾਂ ਦੇ ਕਰਕੇ ਕਿ ਕਿਵੇਂ ਇਹ ਚੀਜ਼ਾਂ ਨੂੰ ਮੈਨੇਜ ਕਰਨਾ ਆ ਸਾਰਾ ਕੁਝ। ਕਿਉਂਕਿ ਜਦੋਂ ਅਸੀਂ ਤਾਂ ਚਲੋ ਹੁਣ ਜਿਵੇਂ ਮੈਂ ਗ੍ਰੈਜੂਏਟ ਸੀਗਾ ਤੇ ਮੇਰੇ ਇੱਕ ਲਾਈਫ ਦਾ ਥੋੜਾ ਪੀਰੀਅਡ ਦੇਖਿਆ ਹੋਇਆ। ਬਟ ਬਹੁਤ ਬੱਚੇ ਏਦਾਂ ਦੇ ਹੁੰਦੇ ਆ ਜਿਹੜੇ ਅਸੀਂ 18 ਸਾਲਾਂ ਦੇ ਇੱਥੇ ਆ ਕੇ ਹੁੰਦੇ ਨੇ। ਉਹਨਾਂ ਨੂੰ ਕਿਸੇ ਚੀਜ਼ ਦੀ ਸਮਝ ਹੀ ਨਹੀਂ ਹੁੰਦੀ ਕਿੱਦਾਂ ਸਾਰਾ ਕੁਝ ਮੈਨੇਜ ਕਰਨਾ ਆ। ਤੇ ਇੱਥੇ ਆ ਕੇ ਇੱਕੋ ਦਮ ਲਾਈਫ ਦਾ ਮਤਲਬ ਪਲਟਾ ਹੀ ਭੱਜ ਜਾਂਦਾ ਆ। ਉੱਥੇ ਸਾਰਾ ਕੁਝ ਉਹਨਾਂ ਨੇ ਪੇਰੈਂਟਸ ਦੇ ਸਿਰ ਤੇ ਕੀਤਾ ਹੁੰਦਾ ਆ। ਇੱਥੇ ਆ ਕੇ ਉਹਨਾਂ ਨੇ ਇੰਡੀਪੈਂਡੈਂਟਲੀ ਸਾਰਾ ਕੁਝ ਖੁਦ ਕਰਨਾ, ਸਾਰਾ ਕੁਝ ਆਪਣੇ ਖਰਚੇ ਵੀ ਦੇਖਣੇ, ਆਪਣੀ ਸਟੱਡੀਜ਼ ਵੀ ਦੇਖਣੀਆਂ ਨੇ, ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਦਾ ਉਹਨਾਂ ਨੇ ਸਾਰਾ ਕੁਝ ਖੁਦ ਇਕੱਲਿਆਂ ਨੇ ਕਰਨਾ। ਤੇ ਕਿੱਦਾਂ ਉਹ ਕਰਦੇ ਨੇ ਮੈਂ ਕਦੇ ਸੋਚ ਕੇ ਹੈਰਾਨ ਹੁੰਦਾ ਵੀ ਛੋਟੇ ਬੱਚੇ ਨੇ ਹਜੇ। ਮੈਂ 28 ਦਾ ਹੋ ਗਿਆ ਤੇ ਉਹ ਬੱਚੇ ਜਿਹੜੇ ਹਜੇ 18 ਹਜੇ 19 ਦੇ ਹੋਏ ਨੇ, ਹਜੇ ਹੁਣੇ ਹਜੇ ਸੁਰਤ ਸੰਭਾਲੀ ਹੋਈ ਹੈ, ਹਜੇ ਅਕਲ ਆਉਣੀ ਸ਼ੁਰੂ ਹੋਈ ਆ। ਤੇ ਉਹਨਾਂ ਦੇ ਲਈ ਇਹ ਸਾਰਾ ਕੁਝ ਮੈਨੇਜ ਕਰਨਾ ਕਿੰਨਾ ਔਖਾ ਹੈ। ਤੇ ਫਿਰ ਸਾਡੀ ਕਮਿਊਨਿਟੀ ਦੇ ਵਿੱਚ ਜਿੱਦਾਂ ਲੋਕ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਜਿਹਾ ਕਰਦੇ ਨੇ, ਉਹ ਸਾਡੇ ਲਈ ਉਹ ਸਹਿਣਾ ਬਹੁਤ ਔਖਾ। ਇਹ ਮੈਂ ਹਰਸ਼ਨਦੀਪ ਪੁੱਛਣਾ ਵੀ ਚਾਹੁੰਦੀ ਸੀ ਬਿਕੋਜ਼ ਜਦੋਂ ਲੋਕੀ ਪੰਜਾਬੀ ਸਿੱਖਾਂ ਬਾਰੇ ਸੋਚਦੇ ਕੈਨੇਡਾ ਦੇ ਵਿੱਚ, ਅਸੀਂ ਕਹਿੰਦੇ ਕਿੰਨੀ ਮੱਲਾਂ ਮਾਰੀਆਂ, ਕਿੰਨੀ ਤਰੱਕੀ ਕੀਤੀ ਹੈ ਸਾਡੀ ਕੌਮ ਨੇ। ਕੈਨੇਡਾ ਦੇ ਵਿੱਚ ਵੱਡੇ ਵੱਡੇ ਅਹੁਦਿਆਂ 'ਤੇ ਤੁਸੀਂ ਸਿੱਖ ਦਸਤਾਰ ਦੇ ਵਿੱਚ ਵੇਖਦੇ ਹੋ, ਬਟ ਫਿਰ ਵੀ ਰੇਸਿਜ਼ਮ ਤੁਸੀਂ ਐਕਸਪੀਰੀਅੰਸ ਕਰਦੇ ਹੋ, ਖਾਸ ਕਰਕੇ ਸਟੂਡੈਂਟਸ ਜੋ ਨਵੇਂ ਆਉਂਦੇ ਹੈ, ਜੋ ਸ਼ਾਇਦ ਕਲਚਰ ਬਾਰੇ ਸਿੱਖ ਰਹੇ ਹੈ, ਕਲਚਰ ਦੀ ਜੋ ਇੱਕ ਨਵਾਂ ਉਹਨਾਂ ਨੂੰ ਐਕਸਪੋਜ਼ਰ ਮਿਲਦਾ ਹੈ ਉਹਦੇ ਬਾਰੇ ਉਹ ਹਾਲੇ ਵੀ ਜਾਣਕਾਰੀ ਪਾ ਰਹੇ ਹੈ, ਉਹਨਾਂ ਨੂੰ ਇਹ ਰੇਸਿਜ਼ਮ, ਇਹ ਡਿਸਕ੍ਰਿਮੀਨੇਸ਼ਨ ਕਿੰਨੀ ਕੁ ਝੇਲਣੀ ਪੈਂਦੀ ਹੈ? ਮੈਂ ਰੇਸਿਜ਼ਮ ਤਾਂ ਨਹੀਂ ਕਹੂੰਗਾ ਇੱਥੇ, ਕਿਉਂਕਿ ਕੈਨੇਡਾ ਦੇ ਵਿੱਚ ਹਾਲਾਤ ਇਸ ਟਾਈਮ ਬਹੁਤ ਠੀਕ ਨੇ। ਬਟ ਜਿਹੜਾ ਸਾਡੇ ਹੀ ਇਸ ਕਮਿਊਨਿਟੀ ਦੇ ਲੋਕ ਐਜ਼ ਸਟੂਡੈਂਟਸ ਦੇ ਨਾਲ ਡਿਸਕ੍ਰਿਮੀਨੇਸ਼ਨ, ਆਪਣੇ ਪੰਜਾਬੀ ਤੁਸੀਂ ਕਹਿ ਰਹੇ ਹੋ, ਆਪਣੇ ਦੇਸੀ ਮਤਲਬ? ਹਾਂਜੀ, ਉਹ ਸਾਡੇ ਲਈ ਇੱਕ ਫੇਸ ਕਰਨਾ ਬਹੁਤ ਦੁਖਦਾਇਕ ਵੀ ਹੁੰਦਾ। ਅਸੀਂ ਸੋਚਦੇ ਹੁੰਦੇ ਹਾਂ ਕਿ ਅਸੀਂ ਤਾਂ ਸਾਰਾ ਕੁਝ ਠੀਕ ਕਰਕੇ ਆਏ ਹਾਂ, ਆਪਣੀ ਮਿਹਨਤ ਦਾ ਖਾਂਦੇ ਹਾਂ, ਕਰਦੇ ਹਾਂ ਸਾਰਾ ਕੁਝ, ਫਿਰ ਇਹ ਜਦੋਂ ਸਾਨੂੰ ਡਿਸਕ੍ਰਿਮੀਨੇਸ਼ਨ ਸਹਿਣਾ ਪੈਂਦਾ ਤਾਂ ਇਹ ਬਹੁਤ ਔਖਾ ਹੈ। ਆਪਣੀ ਕਮਿਊਨਿਟੀ ਬੱਚਿਆਂ ਦੇ ਖਿਲਾਫ, ਨਵੇਂ ਬੱਚੇ ਜਿਨ੍ਹਾਂ ਨੂੰ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਹੈ, ਉਹਨਾਂ ਦੇ ਖਿਲਾਫ ਕਿਉਂ ਇਸ ਤਰ੍ਹਾਂ ਦਾ ਵਿਤਕਰਾ, ਇਸ ਤਰ੍ਹਾਂ ਦਾ ਸੁਭਾਵ ਰੱਖਦੀ ਹੈ? ਇਹ ਹੁੰਦਾ ਹੀ ਆ, ਕਹਿੰਦੇ ਨਹੀਂ ਹੁੰਦੇ ਵੀ ਜਦੋਂ 4 ਜਾਣੇ ਖਾਣ ਵਾਲੇ ਹੋਣ ਤਾਂ 5ਵਾਂ ਇੱਕ ਹੋਰ ਆ ਜਾਵੇ ਤਾਂ ਉਹ 5ਵਾਂ ਫਿਰ ਬੁਰਾ ਹੀ ਲੱਗਦਾ ਹੁੰਦਾ। ਉਹਦੇ ਨੂੰ ਪਿਆਰ ਤਾਂ ਕਿਸੇ ਨੇ ਨਹੀਂ ਕਰਨਾ। ਤੇ ਇੱਥੇ ਆ ਕੇ ਕੁਛ ਕੁ ਸਾਡੇ ਸਟੂਡੈਂਟਸ ਗਲਤ ਵੀ ਹੁੰਦੇ ਨੇ, ਇੱਦਾਂ ਦੀ ਗੱਲ ਨਹੀਂ ਕਿ ਸਾਰੇ ਚੰਗੇ ਹੀ ਨੇ ਉਹ, ਬਟ ਉਹ ਕੁਛ ਕੁ ਦੇ ਕਰਕੇ ਸਾਰਿਆਂ ਨੂੰ ਇੱਕੋ ਤੱਕੜੀ ਦੇ ਵਿੱਚ ਤੋਲ ਦੇਣਾ, ਇਹ ਵੀ ਕੋਈ ਸਿਆਣਪ ਨਹੀਂ ਹੈਗੀ ਬਹੁਤ ਵੱਡੀ। ਤੇ ਬਹੁਤ ਵਾਰ ਏਦਾਂ ਹੋਇਆ ਕਿ ਸਾਡੇ ਦੋਸਤਾਂ ਨੂੰ ਕਿੱਦਾਂ ਮਤਲਬ ਦੂਜੇ ਬੋਲ ਜਾਂਦੇ ਨੇ, ਸਾਡੇ ਵੱਡੇ ਨੇ, ਬਜ਼ੁਰਗ ਨੇ, ਤੇ ਇੱਥੇ ਕਿੱਦਾਂ ਬੋਲ ਜਾਂਦੇ ਉਹਨਾਂ ਨੂੰ ਬਿਨਾਂ ਗੱਲੋਂ। ਤੇ ਉਹ ਤਾਂ ਵਿਚਾਰੇ ਦੇਖਦੇ ਰਹਿ ਜਾਂਦੇ ਨੇ ਵੀ ਅਸੀਂ ਤਾਂ ਕੁਛ ਵੀ ਨਹੀਂ, ਅਸੀਂ ਤਾਂ ਖੜੇ ਹਾਂ, ਇੱਕ ਪਾਸੇ ਖੜੇ ਹਾਂ। ਕਿੱਦਾਂ ਲਾਈਕ ਜਿੱਦਾਂ ਇੱਕ ਰੇਸਿਜ਼ਮ ਤਾਂ ਅਲੱਗ ਚੀਜ਼ ਆ, ਅਸੀਂ ਪਰ ਸਮਝ ਸਕਦੇ ਹਾਂ। ਕੋਈ ਦੂਜੀ ਕਮਿਊਨਿਟੀ ਦਾ ਬੰਦਾ ਆ ਉਹਨੂੰ ਨਹੀਂ ਚੰਗਾ ਲੱਗਦਾ, ਬਟ ਜਿਹਨੂੰ ਸਾਡੀ ਕਮਿਊਨਿਟੀ ਦੇ ਵਿੱਚੋਂ ਸਾਡੇ ਨਾਲ ਏਦਾਂ ਕਰਦੇ ਆ, ਉਹ ਚੀਜ਼ਾਂ ਸਹਿਣੀਆਂ ਸਾਡੇ ਲਈ ਔਖੀਆਂ ਨੇ।
ਮੈਂ ਤਾਂ ਕਹਾਂਗੀ ਇਹ ਤਾਂ ਸੁਣਨਾ ਵੀ ਬੜਾ ਔਖਾ ਹੈ ਕਿ ਸਾਡੀ ਆਪਣੀ ਕਮਿਊਨਿਟੀ ਉਨ ਬੱਚਿਆਂ ਨੂੰ ਨਹੀਂ ਸਪੋਰਟ ਕਰਦੀ ਜਿਨ੍ਹਾਂ ਨੇ ਜਾ ਕੇ ਸਾਡਾ ਅੱਗੇ ਫਿਊਚਰ ਸਾਂਭਣਾ ਹੈ। ਹਰਸ਼ਨਦੀਪ, ਕਿੱਥੋਂ ਤੁਸੀਂ ਸਪੋਰਟ ਲੈਂਦੇ ਹੋ ਖਾਸ ਕਰਕੇ ਸਟੂਡੈਂਟਸ ਲਈ? ਕਿੱਥੇ ਜਾ ਕੇ ਉਹ ਹੈਲਪ ਲੈਂਦੇ ਹੈ ਜੋ ਸ਼ਾਇਦ ਉਹਨਾਂ ਨੂੰ ਆਪਣੀ ਕਮਿਊਨਿਟੀ ਜਾਂ ਉਨ ਬਜ਼ੁਰਗਾਂ ਤੋਂ ਨਹੀਂ ਮਿਲ ਰਿਹਾ, ਜੋ ਉਹਨਾਂ ਦੀ ਨਹੀਂ ਹੈਲਪ ਕਰਦੇ? ਤੁਸੀਂ ਖਾਸ ਕਰਕੇ ਕਿੱਥੋਂ ਸਪੋਰਟ ਲਿੱਤੀ? ਤੁਹਾਨੂੰ ਕਿਸੇ ਚੀਜ਼ ਦੀ ਹੈਲਪ ਜਦੋਂ ਚਾਹੀਦੀ ਸੀ ਕਿੱਥੇ ਤੁਸੀਂ ਜਾਂਦੇ ਸੀ? ਸਾਡੇ ਦੋਸਤ ਇੱਥੇ ਸਾਡੀ ਸਾਰਾ ਕੁਝ ਹੁੰਦੇ ਨੇ, ਜੋ ਜਿਨ੍ਹਾਂ ਨਾਲ ਅਸੀਂ ਰਹਿੰਦੇ ਹਾਂ ਇੱਥੇ, ਜਿਨ੍ਹਾਂ ਨਾਲ ਵਿਚਰਦੇ ਹਾਂ, ਇਹੀ ਸਾਰਾ ਸਾਡਾ, ਅਸੀਂ ਇੱਕ ਦੂਜੇ ਨੂੰ ਪੁਸ਼ ਕਰਨਾ, ਇੱਕ ਦੂਜੇ ਨੂੰ ਸਹਾਰਾ ਬਣਨਾ, ਸਾਰਾ ਕੁਝ। ਅਸੀਂ ਹੁਣ ਫੈਮਲੀਜ਼ ਤਾਂ ਸਾਡੀਆਂ ਦੂਰ ਬੈਠੀਆਂ ਨੇ, ਕਿ ਉਹਨਾਂ ਨੂੰ ਅਸੀਂ ਦੱਸ ਵੀ ਨਹੀਂ ਸਕਦੇ ਕਿ ਕਿੱਦਾਂ ਅਸੀਂ ਕਿਹੜੇ ਹਾਲਾਤਾਂ ਵਿੱਚ ਰਹਿੰਦੇ ਹਾਂ। ਜੇ ਅਸੀਂ ਘਰ ਵੀ ਦੱਸਦੇ ਹਾਂ ਤਾਂ ਘਰ ਦੀ ਟੈਨਸ਼ਨ ਲੈਂਦੇ ਉਹਨਾਂ ਨੂੰ ਟੈਨਸ਼ਨ ਹੋ ਜਾਂਦੀ ਹੈ ਫਿਰ। ਬਿਲਕੁਲ, ਉਹ ਸਾਡੇ ਲਈ ਹੋਰ ਸਟ੍ਰੈਸਫੁਲ ਹੋ ਜਾਂਦਾ ਹੈ। ਤੇ ਉਹ ਸਾਰੇ ਚੀਜ਼ਾਂ ਦਾ ਇੱਕ ਸਹਾਰਾ ਇੱਥੇ ਸਾਡੇ ਦੋਸਤ ਹੁੰਦੇ ਨੇ ਜਿਨ੍ਹਾਂ ਨਾਲ ਅਸੀਂ ਰਹਿੰਦੇ ਹਾਂ, ਤੇ ਅਸੀਂ ਇੱਕ ਦੂਜੇ ਨੂੰ ਪੁਸ਼ ਕਰਦੇ ਹਾਂ, ਹੋਰ ਤਾਂ ਕੋਈ ਨਹੀਂ ਹੈਗਾ। ਮੈਂ ਕਈ ਵਾਰੀ ਹੋ ਜਾਂਦਾ, ਸੋਚਣ ਲੱਗ ਜਾਂਦਾ, ਤਾਂ ਉਹਨਾਂ ਨੂੰ ਮੈਨੂੰ ਉਹ ਪੁਸ਼ ਕਰਦੇ ਨੇ ਵੀ ਨਹੀਂ ਏਦਾਂ ਨਹੀਂ ਚੱਲਣਾ ਹੈਗਾ ਕੰਮ, ਕਿਹੜੇ ਹੋ ਥੋੜਾ ਜਿਹਾ। ਤੇ ਏਦਾਂ ਹੀ ਚੱਲਦਾ ਬਸ। ਦੋਸਤ ਹੋ ਗਏ, ਕਈ ਵਾਰੀ ਜਦੋਂ ਜ਼ਿਆਦਾ ਹੀ ਸਟ੍ਰੈਸਫੁਲ ਗੁਰਦੁਆਰੇ ਚਲੇ ਜਾਈਦਾ ਤੇ ਬੈਠ ਕੇ ਕਿੰਨਾ ਟਾਈਮ, ਥੋੜਾ ਜਿਹਾ ਏਦਾਂ ਹੀ ਚੱਲਦਾ ਬਸ। ਹਰਸ਼ਨਦੀਪ, ਤੁਸੀਂ ਕਾਫੀ ਮੈਂ ਕਹਾਂਗੀ ਚਾਨਣ ਪਾਇਆ ਹੈ ਉਨ ਤਕਲੀਫਾਂ 'ਤੇ ਜੋ ਝੇਲਣੀ ਪੈਂਦੀਆਂ ਨਵੇਂ ਸਟੂਡੈਂਟਸ ਨੂੰ। ਜਿਸ ਤਰ੍ਹਾਂ ਤੁਸੀਂ ਵੀ ਕਿਹਾ, ਬੱਚੇ ਇੰਨੀ ਯੰਗ ਉਮਰ ਦੇ ਵਿੱਚ ਆ ਕੇ ਪੂਰੀ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਅਤੇ ਨਾਲ ਪੜ੍ਹਾਈ ਵੀ ਕਰਨੀ, ਪਰਿਵਾਰ ਨੂੰ ਵੀ ਇੱਕ ਵਧੀਆ ਪਿਕਚਰ ਪ੍ਰੈਜ਼ੈਂਟ ਕਰਨੀ ਕਿ ਨਹੀਂ ਕੋਈ ਗੱਲ ਨਹੀਂ ਸਭ ਚੰਗਾ ਚੱਲ ਰਿਹਾ। ਬਹੁਤ ਹੀ ਡਿਫਿਕਲਟ ਕਾਫੀ ਸਿਚੁਏਸ਼ਨ ਹੋ ਜਾਂਦੀ ਹੈ। ਆਮ ਗਲੈਡ ਤੁਸੀਂ ਇਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਸਾਨੂੰ ਦਿੱਤੀ। ਪ੍ਰੋਗਰਾਮ ਦੀ ਸਮਾਪਤੀ ਦੇ ਵਿੱਚ ਅਗਰ ਤੁਸੀਂ ਇੱਕ ਇੰਪਰੂਵਮੈਂਟ ਕਰਨੀ ਹੋਏ, ਕੋਈ ਹੱਲ ਇਸ ਲੈਕ ਆਫ ਸਪੋਰਟ ਬਾਰੇ ਆਫਰ ਕਰਨਾ ਹੋਏ, ਕੀ ਤੁਹਾਡੇ ਹਿਸਾਬ ਨਾਲ ਸੁਝਾਅ ਹੋ ਸਕਦਾ ਹੈ ਤਾਂ ਕਿ ਜੋ ਬੱਚੇ ਆਉਂਦੇ ਹੈ ਉਹਨਾਂ ਦੇ ਲਈ ਆਪਣੀ ਆਪ ਦੀ ਕਮਿਊਨਿਟੀ ਵਿੱਚ ਜ਼ਿਆਦਾ ਸਪੋਰਟ ਉਹਨਾਂ ਨੂੰ ਦਿੱਤੀ ਜਾਏ, ਨਾ ਕਿ ਉਹਨਾਂ ਨੂੰ ਵਿਤਕਰੇ ਦੇ ਨਾਲ ਅਤੇ ਇਹੋ ਜਿਹੇ ਮਾੜੇ ਤਰੀਕੇ ਨਾਲ ਟਰੀਟ ਕੀਤਾ ਜਾਏ? ਇਹ ਸਭ ਤੋਂ ਜ਼ਿਆਦਾ ਤਾਂ ਮੈਂ ਕਹੂੰਗਾ ਇਹ ਸਾਡੇ ਜਿਹੜੇ ਇੰਪਲੋਇਰਸ ਨੇ ਇੱਥੇ, ਸਾਡੀ ਤੁਹਾਨੂੰ ਪਤਾ ਵੀ ਸਾਡੇ ਪੰਜਾਬੀਆਂ ਨੇ ਬਹੁਤ ਤਰੱਕੀ ਕੀਤੀ ਹੈ, ਅਤੇ ਜ਼ਿਆਦਾਤਰ ਜਿਹੜੇ ਇੰਪਲੋਇਰਸ ਨੇ ਸਾਡੇ ਪੰਜਾਬੀ ਹੀ ਹੁੰਦੇ ਨੇ। ਅਤੇ ਮੈਂ ਉਹਨਾਂ ਨੂੰ ਇਹ ਅਪੀਲ ਕਰਨੀ ਚਾਹੂੰਗਾ ਕਿ ਜਿਵੇਂ ਸਟੂਡੈਂਟ ਤੋਂ ਬਾਹਰ ਵਰਕ ਪਰਮਿਟ ਆਉਂਦਾ ਆ ਅਤੇ ਸਾਨੂੰ B.Nouc ਦੀ ਜੋਬ ਚਾਹੀਦੀ ਹੁੰਦੀ ਹੈ PR ਹੋਣ ਦੇ ਲਈ, ਅਤੇ ਉੱਥੇ ਇੰਪਲੋਇਰਸ ਦੀ ਸਪੋਰਟ ਦਾ ਸਾਨੂੰ ਬਹੁਤ ਜ਼ਰੂਰਤ ਹੁੰਦੀ ਹੈ। ਉਹ ਇੱਕ ਮਾਪਿਆਂ ਵਰਗੀ ਸਪੋਰਟ ਹੀ ਹੋ ਜਾਂਦੀ ਹੈ ਵੀ ਜੇ ਉਹ ਵਧੀਆ ਤਰੀਕੇ ਨਾਲ ਸਪੋਰਟ ਕਰ ਦੇਣ। ਇਹ ਉਹਨਾਂ ਨੂੰ ਅਪੀਲ ਹੈ ਕਿ ਜਿਹੜੇ ਇੱਥੇ ਬੱਚੇ ਆਉਂਦੇ ਉਹਨਾਂ ਨੂੰ ਜ਼ਰੂਰ ਸਪੋਰਟ ਕਰਿਆ ਕਰਨ। ਪੱਕੀ ਤਾਂ ਸਾਰਾ ਕੁਝ ਚੱਲੀ ਜਾਣਾ ਆ, ਤੁਹਾਡੇ ਬਿਜ਼ਨਸਿਸ ਵੀ ਚੱਲੀ ਜਾਣੇ ਨੇ, ਬੱਚਿਆਂ ਨੇ ਪੱਕੇ ਵੀ ਹੋ ਜਾਣਾ, ਸਾਰਾ ਕੁਝ ਹੋ ਜਾਣਾ, ਬਟ ਜਿਹੜੀ ਇੱਕ ਸਪੋਰਟ ਹੈ ਇਹ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ, ਉਹਨਾਂ ਨੂੰ ਕਰਨਾ। ਅਤੇ ਬਾਕੀ ਬਹੁਤ ਚੀਜ਼ਾਂ ਹੋਰ ਨੇ, LMIS ਦੀ ਪ੍ਰੋਬਲਮ ਆਉਂਦੀ ਆ ਬਾਅਦ ਵਿੱਚ ਜਾ ਕੇ, ਬੱਚਿਆਂ ਨੂੰ ਲੋੜ ਪੈਂਦੀ ਆ, ਉੱਥੇ ਕਿੰਨਾ ਕੁਛ ਹੁੰਦਾ ਆ, ਕਿੰਨੇ ਪੈਸੇ ਦੇਣੇ ਪੈਂਦੇ ਨੇ। ਉਹਨਾਂ ਚੀਜ਼ਾਂ ਵਿੱਚ ਵੀ ਥੋੜ੍ਹਾ ਜਿਹਾ ਇਹਨਾਂ ਨੂੰ ਚਾਹੀਦਾ ਕਿ ਉਹਨਾਂ ਦੇ ਘਰ ਵੱਲ ਵੀ ਦੇਖਿਆ ਕਰੋ ਥੋੜ੍ਹਾ ਜਿਹਾ, ਵੀ ਜਦੋਂ $40,000 LMI ਦਾ ਮੰਗ ਲੈਣਾ, ਕਿੱਦਾਂ ਦੇਣਾ ਆ ਅਗਲੇ ਨੇ, ਉਹ ਵੀ ਤਾਂ ਦੇਖੋ, ਅਤੇ ਕਿੱਦਾਂ ਰਿਕਵਰ ਹੋਣੀ ਆ ਉਸ ਚੀਜ਼ ਦੀ। ਬਿਨਾਂ ਕੋਲ ਇੱਕ ਪੇਪਰ ਹੀ ਹੈ, $3,000 ਉਹਦੀ ਫੀਸ ਲੱਗਦੀ ਹੈ ਸਿਰਫ। ਤੁਸੀਂ ਉਹ ਸੋਚ ਕੇ ਦੇਖੋ, $3,000 ਫੀਸ ਲੱਗਦੀ ਹੈ LMI ਦੀ, ਅਤੇ 40,000 50,000 ਉਹਦਾ ਮੰਗ ਲੈਣਾ ਬੱਚੇ ਤੋਂ, ਸਿਰਫ ਇੱਕ PR ਦੇ ਨਾਂ 'ਤੇ। ਅਤੇ ਉਸ ਤੋਂ ਬਾਅਦ ਫਿਰ ਘੱਟ ਪੇ 'ਤੇ ਉਹਨਾਂ ਦੇ ਨਾਲ ਮਤਲਬ 3 ਸਾਲ ਉਹਨਾਂ ਨਾਲ ਘੱਟ ਪੇ 'ਤੇ ਵੀ ਕੰਮ ਕਰਾਉਣਾ ਆ। ਇੱਕ ਕਿਸਮ ਦਾ ਫਾਇਦਾ ਉਠਾਉਣਾ ਉਹਨਾਂ ਦੀ ਮਜਬੂਰੀ ਦਾ, ਉਹਨਾਂ ਦੀ ਮਜਬੂਰੀ ਦਾ। ਅਤੇ ਇਹ ਬਹੁਤ ਮਾੜਾ ਹੈ। ਇਹ ਪਤਾ ਨਹੀਂ ਕਿਉਂ ਕੈਨੇਡੀਅਨ ਗੌਰਮੈਂਟ ਨੇ ਸਾਰਾ ਕੁਝ ਸਾਹਮਣੇ ਹੈ, ਬਟ ਉਹ ਕੁਛ ਨਹੀਂ ਇਸ ਦੇ ਅਕੋਰਡਿੰਗ ਕਰਦੇ। ਮੈਂ ਇਹੀ ਅਪੀਲ ਕਰਨੀ ਚਾਹੂੰਗਾ ਕਿ ਜਿਹੜੇ ਇੱਥੇ ਦੇ ਇੰਪਲੋਇਰਸ ਨੇ ਸਾਡੇ, ਉਹ ਤੁਸੀਂ ਸਪੋਰਟ ਨਹੀਂ ਵੀ ਕਰਨੀ ਤਾਂ ਘੱਟੋ ਘੱਟ ਉਹਨਾਂ ਨੂੰ ਇੱਦਾਂ ਪਿੱਛੇ ਤਾਂ ਨਾ ਖਿੱਚੋ, ਉਹਨਾਂ ਦੀ ਲੱਤਾਂ ਨਾ ਖਿੱਚੋ। ਬਿਲਕੁਲ, ਇਹ ਬਹੁਤ ਜ਼ਰੂਰੀ ਹੈ। ਇਹਦੇ ਚੱਕਰ ਦੇ ਵਿੱਚ ਬਹੁਤ ਸਟ੍ਰੈਸਫੁਲ ਰਹਿੰਦੇ ਨੇ ਬੱਚੇ। ਕਿੱਦਾਂ ਹੋਣਾ ਸਾਰਾ ਕੁਝ, ਕਿੰਨਾ ਪੈਸਾ ਕਿੱਥੋਂ ਲੈ ਕੇ ਆਉਣਾ, ਪਹਿਲਾਂ ਲੋਨ ਲੈ ਕੇ ਇੱਥੇ ਆਉਣਾ ਆ,
ਤੇ ਫੀਸਾਂ ਵੀ ਤੇ ਸਾਰੀਆਂ ਪਿੱਛੇ ਵੀ ਮਾਪਿਓ ਦੀ ਉਮੀਦਾਂ ਹੋਣੀ ਕਿ ਬੱਚਾ ਕਮਾ ਕੇ ਸਾਡੀ ਵੀ ਹੈਲਪ ਕਰੇ, ਸਾਨੂੰ ਵੀ ਕੁਝ ਸੈਂਡ ਕਰੇ। ਸੋ ਫਿਰ ਇਹ ਤੁਸੀਂ ਬਹੁਤ ਬਹੁਤ ਇੱਕ ਮੈਂ ਕਹਾਂਗੀ ਦਰਦ ਭਰਾ ਪਰਸਪੈਕਟਿਵ ਸਾਡੇ ਨਾਲ ਸ਼ੇਅਰ ਕੀਤਾ, ਬਟ ਇਹਦੇ ਵਿੱਚ ਜਿੱਥੇ ਪ੍ਰੋਬਲਮਸ ਹੈਗੀਆਂ ਉੱਥੇ ਤੁਸੀਂ ਕੁਝ ਇਹੋ ਜਿਹੇ ਹੱਲ ਵੀ ਆਫਰ ਕੀਤੇ ਹੈ ਜਿਹਦੇ ਉੱਤੇ ਵਿਚਾਰ ਕਰਨਾ ਤੇ ਇਵੈਂਚੁਅਲੀ ਐਕਟ ਕਰਨਾ ਸਾਡੀ ਕਮਿਊਨਿਟੀ ਲਈ ਬਹੁਤ ਜ਼ਰੂਰੀ ਬਣ ਜਾਂਦਾ ਹੈ, ਬਣਨਾ ਚਾਹੀਦਾ ਐਟਲੀਸਟ। ਬਟ ਇਨ ਐਨੀ ਕੇਸ ਹਰਸ਼ਨਦੀਪ ਸਿੰਘ ਸੰਧੂ, ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ। ਹੋਪਫੁਲੀ ਤੁਸੀਂ ਵੀ ਚਾਹ ਦਾ ਕੱਪ ਨੇੜੇ ਰੱਖ ਕੇ ਸਾਡੇ ਨਾਲ ਗੱਲ ਕੀਤੀ, ਥੋੜ੍ਹੀ ਜਿਹੀ ਚਰਚਾ, ਥੋੜ੍ਹੀ ਜਿਹੀ ਚਾਹ, ਬਹੁਤ ਹੀ ਸੋਹਣਾ ਲੱਗਿਆ। ਤੁਹਾਡੇ ਇਸ ਐਕਸਪੀਰੀਅੰਸ ਬਾਰੇ ਸੁਣ ਕੇ ਜ਼ਰੂਰ ਸਾਡੇ ਨਾਲ ਆ ਕੇ ਫਿਰ ਜੁੜੋ। ਬਟ ਹੁਣ ਇਜਾਜ਼ਤ ਦਿਓ ਸਾਨੂੰ। ਸਤਿ ਸ੍ਰੀ ਅਕਾਲ। ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਜਿਸ ਤਰ੍ਹਾਂ ਤੁਹਾਨੂੰ ਦੱਸਿਆ, ਕੈਨੇਡਾ ਦੇ ਵਿੱਚ ਜਸ ਪੰਜਾਬੀ ਸਿਰਫ ਤਾਂ ਸਿਰਫ ਤੁਹਾਡੀ ਸੇਵਾ ਲਈ ਕੌਮ ਦੇ ਹਰ ਇੱਕ ਉਸ ਮੁੱਦੇ ਨੂੰ ਚੁੱਕਣ ਲਈ ਹੁਣ ਪਹੁੰਚ ਚੁੱਕਿਆ ਹੈ। ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ। ਇਸ ਸ਼ੋਅ ਦੇ ਵਿੱਚ ਤੁਹਾਡੇ ਨਾਲ ਹਰ ਸ਼ਾਮ ਲਾਈਵ ਜੁੜਾਂਗੇ, ਵੱਖ-ਵੱਖ ਗੈਸਟਸ ਨੂੰ ਲੈ ਕੇ ਆਵਾਂਗੇ, ਉਹਨਾਂ ਸ਼ਖਸੀਅਤਾਂ ਨੂੰ ਜਿਨ੍ਹਾਂ ਦੀ ਸ਼ਾਇਦ ਥੋੜ੍ਹੀ ਤਾਰੀਫ ਕਰਨੀ ਬਣਦੀ ਹੈ ਜਾਂ ਜਿਨ੍ਹਾਂ ਦੀ ਕਹਾਣੀ ਸੁਣਨੀ ਸਾਡੇ ਲਈ ਬਹੁਤ ਇੰਪੋਰਟੈਂਟ ਹੋ ਜਾਂਦੀ ਹੈ। ਜਿਸ ਤਰ੍ਹਾਂ ਹਰਸ਼ਨਦੀਪ ਨੇ ਸਾਨੂੰ ਸਟੂਡੈਂਟਸ ਦੀ ਸਟਰਗਲਸ ਬਾਰੇ ਦੱਸਿਆ। ਇਹੋ ਜਿਹੀ ਕਹਾਣੀਆਂ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਵਾਂਗੇ ਫਿਰ। ਅਤੇ ਅਗਰ ਤੁਸੀਂ ਇਸ ਪ੍ਰੋਗਰਾਮ ਨੂੰ ਲੈ ਕੇ ਜਾਂ ਸਾਡੇ ਕੋਈ ਇਸ ਪ੍ਰੋਗਰਾਮ ਦੇ ਵਿੱਚ ਕੋਈ ਖਾਸ ਮੁੱਦਾ ਵੇਖਣਾ ਚਾਹੁੰਦੇ ਹੋ, ਤੁਸੀਂ ਸਾਨੂੰ ਲਿਖ ਸਕਦੇ ਹੋ info@justbroadcasting.com, ashmita@justbroadcasting.com। ਹੁਣ ਸਾਨੂੰ ਸਾਰਿਆਂ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।